ਵਿਗਨ ਵਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਇਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ, ਧੰਨ ਧੰਨ ਸਤਿਗੁਰੂ ਜੀ ਗਰੀਬ ਨਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਵਿਖੇ ਸੁਭਾਏਮਾਨ ਗੁਰੂ ਰੂਪ ਗੁਰੂ ਪਿਆਰੀ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਜੁੜ ਕੇ ਬੈਠੇ ਹੋ। ਗੁਰਬਾਣੀ ਜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਜਿਸ ਕੇ ਸਿਰ ਉਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ। ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਣਾ ਚੀਤ ਨਾ ਆਵੈ। ਇਹ ਪਾਠ ਆਪ ਜੀ ਨੇ ਸਰਵਣ ਕੀਤਾ। ਆਓ ਕੁਝ ਸਮਾਂ ਗੁਰੂ ਘਰ ਦੀ ਲੜੀਵਾਰ ਕਥਾ ਦੇ ਨਾਲ ਜੁੜੀਏ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਪ੍ਰਤੱਖ ਹਰ ਆਪ ਪਰਮੇਸ਼ਰ ਧਰਤੀ ਤੇ ਆਏ। ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਸੁਭਾਏਮਾਨ ਹਨ। ਗੁਰਸਿੱਖ ਮਹਾਰਾਜ ਜੀ ਦੇ ਕੋਲ ਆ ਕੇ ਆਪੋ ਆਪਣੇ ਸਵਾਲ ਮਹਾਰਾਜ ਜੀ ਨੂੰ ਦੱਸਦੇ ਹਨ। ਤੁਸਾਂ ਨੇ ਕੱਲ ਸਰਵਣ ਕੀਤਾ, ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਕੁਝ ਸਿੱਖ ਆਏ। ਉਹਨਾਂ ਆ ਕੇ ਬੇਨਤੀ ਕੀਤੀ, ਮਹਾਰਾਜ ਸਾਡਾ ਮਨ ਨਹੀਂ ਠਹਿਰਦਾ, ਮਨ ਨਹੀਂ ਟਿਕਦਾ, ਨਾਮ ਜਪਣ ਲੱਗਿਆਂ ਕੋਈ ਮਨ ਨਹੀਂ ਟਿਕਦਾ, ਰਸ ਨਹੀਂ ਆਉਂਦਾ। ਮਹਾਰਾਜ ਨੇ ਤਿੰਨ ਚੀਜ਼ਾਂ ਕਹੀਆਂ, ਸ਼ਰਵਣ, ਮੰਨਣ ਤੇ ਨਿਧਿਆਸਨ ਹੈ। ਮਹਾਰਾਜ ਕਹਿਣ ਲੱਗੇ ਜੇ ਕਮਾਈ ਕਰਨੀ ਹੈ, ਪਹਿਲਾਂ ਸੁਣਨਾ ਹੈ, ਫਿਰ ਸੁਣ ਕੇ ਉਸ ਗੱਲ ਨੂੰ ਸਹੀ ਮੰਨਣਾ ਹੈ ਵੀ ਇਹ ਗੱਲ ਸਹੀ ਹੈ, ਫਿਰ ਇਹਦੀ ਕਮਾਈ ਕਰਨੀ ਹੈ। ਸੰਗਤ ਜੀ ਸੁਣਦੇ ਬਹੁਤ ਸਾਰੇ ਲੋਕ ਨੇ, ਪਰ ਪਿੱਛੇ ਪੁੰਨ ਨਹੀਂ ਹੁੰਦੇ, ਭਗਤੀ ਨਹੀਂ ਹੁੰਦੀ। ਇਸ ਕਰਕੇ ਸੁਣ ਕੇ ਉਹ ਸ਼ੰਕਾ ਵਿੱਚ ਹੀ ਫਸੇ ਰਹਿੰਦੇ ਆ ਜੀ, ਸ਼ੰਕਾ ਵਿੱਚ ਹੀ ਫਸੇ ਰਹਿੰਦੇ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਿੱਧਰ ਜਿੱਧਰ ਚਰਨ ਗਏ, ਮੱਕਾ ਉੱਧਰ ਉੱਧਰ ਗਿਆ ਜੀ। ਹਾਂਜੀ, ਜਿਨ੍ਹਾਂ ਸੁਣ ਲਿਆ, ਮੰਨ ਲਿਆ, ਕਮਾ ਲਿਆ, ਉਹਨਾਂ ਦਾ ਭਲਾ ਹੋ ਗਿਆ ਜੀ। ਕਈ ਸ਼ੰਕੇ 'ਚ ਪਏ ਰਹਿੰਦੇ ਆ, ਅਤੇ ਜੇ ਸ਼ੰਕੇ ਵਿੱਚ ਪਏ ਰਹਿੰਦੇ ਫਿਰ ਅੰਦਰ ਬ੍ਰਹਮ ਨਹੀਂ ਪ੍ਰਗਟ ਹੋ ਸਕਦਾ ਜੀ। ਹਾਂਜੀ, ਸੰਸਾ ਖਰਾਬ ਕਰਦਾ ਅੰਦਰ ਦੀ ਆਤਮਾ ਨੂੰ। ਸਹਿਸਾ ਜੀਓ ਮਲੀਨ ਹੈ, ਇਹ ਹਿਰਦੇ ਨੂੰ ਮਲੀਨ ਕਰ ਦਿੰਦਾ ਹੈ। ਸੁਣਨਾ, ਉਹਨੂੰ ਸਹੀ ਮੰਨਣਾ, ਅਤੇ ਸਹੀ ਮੰਨ ਕੇ ਫਿਰ ਉਹਦੀ ਕਮਾਈ ਕਰਨੀ। ਮਹਾਰਾਜ ਕਹਿਣ ਲੱਗੇ, ਵੇਖਿਓ ਤੁਹਾਡਾ ਮਨ ਜ਼ਰੂਰ ਟਿਕੇਗਾ। ਸੋ ਇਹ ਕੱਲ੍ਹ ਆਪ ਜੀ ਨੇ ਕਥਾ ਸਰਵਣ ਕੀਤੀ ਸੀ। ਹੁਣ ਆਪਾਂ ਅੱਗੋਂ ਕਥਾ ਪ੍ਰਸੰਗ ਪਿਆਰ ਨਾਲ ਸਰਵਣ ਕਰੀਏ। ਸਾਰੀ ਸੰਗਤ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸ਼੍ਰੀ ਗੁਰ ਕੋ ਤਾਇਆ ਸੰਹਾਰੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਤਾਇਆ ਜੀ, ਜਿਨ੍ਹਾਂ ਦਾ ਨਾਮ ਸੰਹਾਰੀ ਮੱਲ ਹੈ ਜੀ। ਇਹ ਕੌਣ ਨੇ? ਇਹ ਲਾਹੌਰ ਦੇ ਵਿੱਚ ਰਹਿੰਦੇ ਨੇ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤਾਇਆ ਜੀ ਦੇ ਪੁੱਤਰ ਨੇ ਜੀ। ਉਮਰ ਵਿੱਚ ਵੀ ਗੁਰੂ ਰਾਮਦਾਸ ਜੀ ਤੋਂ ਉਮਰ ਕਰਕੇ ਵੱਡੇ ਸਨ, ਇਸ ਕਰਕੇ ਇਹ ਗੁਰੂ ਅਰਜਨ ਦੇਵ ਜੀ ਦੇ ਤਾਇਆ ਜੀ ਲੱਗੇ ਜੀ। ਜਿਸ ਕੇ ਗਮਨੇ ਸਦਨ ਮਝਾਰੀ। ਤੇ ਜਿਨ੍ਹਾਂ ਦੇ ਘਰ ਲਾਹੌਰ ਗੁਰੂ ਅਰਜਨ ਦੇਵ ਮਹਾਰਾਜ ਪਹਿਲਾਂ ਗਏ ਸਨ ਜੀ। ਹਾਂਜੀ, ਰਾਮਦਾਸ ਸਤਿਗੁਰੂ ਪਠਾਏ। ਗੁਰੂ ਰਾਮਦਾਸ ਸਾਹਿਬ ਜੀ ਨੇ ਆਪ ਆਪਣੇ ਸਰੀਰ ਵਿੱਚ ਹੁੰਦਿਆਂ ਸੁੰਦਿਆਂ
ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਭੇਜਿਆ ਸੀ ਤਾਇਆ ਜੀ ਦੇ ਘਰ ਜੀ। ਹਾਂਜੀ। ਵਿਆਹਾ ਭਤੀਜੇ ਜੰਜ ਚੜਾਏ। ਕਿਉਂਕਿ ਤਾਇਆ ਜੀ ਦਾ, ਸੰਘਾਰੀ ਮੱਲ ਜੀ ਦਾ ਪੁੱਤਰ ਜਿਹੜਾ ਸੀ, ਉਹਦਾ ਵਿਆਹ ਸੀਗਾ ਜੀ। ਤੇ ਉਹਨਾਂ ਦੇ ਵਿਆਹ ਦੇ ਵਿੱਚ ਗੁਰੂ ਰਾਮਦਾਸ ਜੀ ਨੇ ਆਪਣੀ ਜਗ੍ਹਾ ਤੇ ਗੁਰੂ ਅਰਜਨ ਦੇਵ ਜੀ ਨੂੰ ਭੇਜਿਆ ਸੀਗਾ ਜੀ। ਉਹ ਕਥਾ ਪਿੱਛੇ ਜੇ ਲੰਘ ਗਈ ਹੈ, ਸਾਰੀ ਤੁਸੀਂ ਸੁਣੀ ਸੀ। ਜਦੋਂ ਫਿਰ ਸੰਘਾਰੀ ਮੱਲ ਜੀ ਦੇ ਘਰ ਵਿੱਚ ਮਹਾਰਾਜ ਗਏ, ਉੱਥੋਂ ਧਰਮਸ਼ਾਲਾ ਵਿੱਚ ਗਏ, ਉੱਥੋਂ ਫਿਰ ਸ਼ਬਦ ਉਚਾਰਦੇ ਸਨ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ। ਇਹ ਉਸ ਸਮੇਂ ਦਾ ਦ੍ਰਿਸ਼ਟਾਂਤ ਹੈ ਸਾਰਾ ਜੀ। ਹਾਂਜੀ। ਸੋ ਬਹੁਬਿਦ ਹੋਏ ਕਰ ਆਵਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਸੁਭਾਏਮਾਨ ਹਨ। ਸਤਿਗੁਰੂ ਜੀ ਦੇ ਤਾਇਆ ਜੀ ਬੜੇ ਬਜ਼ੁਰਗ ਹੋ ਗਏ ਨੇ ਜੀ, ਸੰਘਾਰੀ ਮੱਲ ਜੀ, ਉਹ ਅੰਮ੍ਰਿਤਸਰ ਆ ਗਏ ਜੀ। ਹਾਂਜੀ। ਚਾਹਤ ਸ਼੍ਰੇ ਜਗ ਦੁਖ ਲਹਿ ਪਾਵਾ। ਬੜੀ ਵੱਡੀ ਗੱਲ ਸੰਗਤ ਜੀ, ਸੰਸਾਰੀ ਬੰਦੇ, ਲਾਗੇ ਰਹਿਣ ਵਾਲੇ ਬੰਦੇ, ਰਿਸ਼ਤੇਦਾਰ ਬੰਦੇ ਕਈ ਵਾਰੀ ਧਰਮਾਤਮਾ ਮਹਾਂਪੁਰਖਾਂ ਕੋਲੋਂ ਲਾਭ ਨਹੀਂ ਲੈ ਸਕਦੇ ਜੀ। ਪਰ ਸੰਘਾਰੀ ਮੱਲ ਜੀ ਦੀ ਰਿਸ਼ਤੇਦਾਰੀ ਹੈ। ਫਿਰ ਵੀ ਇਹਨਾਂ ਨੇ ਮਨ ਵਿੱਚ ਸੋਚਿਆ, ਜੇ ਮੇਰਾ ਕੋਈ ਭਲਾ ਕਰ ਸਕਦਾ ਤੇ ਗੁਰੂ ਅਰਜਨ ਦੇਵ ਜੀ ਕਰ ਸਕਦੇ ਆ ਜੀ। ਹੁਣ ਮਹਾਰਾਜ ਇਹਨਾਂ ਦੇ ਭਤੀਜੇ ਲੱਗਦੇ ਨੇ ਜੀ। ਪਰ ਇਹਨਾਂ ਨੇ ਰਿਸ਼ਤੇਦਾਰੀ ਇੱਕ ਪਾਸੇ ਰੱਖੀ ਜੀ, ਮਨ ਨੀਵਾਂ ਕੀਤਾ, ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਗਏ ਜੀ। ਹਾਂਜੀ। ਮਿਲ ਕਰ ਰਹਿਓ ਸੁਧਾਸਰ ਮਾਹੀ। ਸੰਗਤਾਂ ਦੇ ਨਾਲ ਇਹ ਵੀ ਅੰਮ੍ਰਿਤਸਰ ਵਿੱਚ ਹੀ ਰਹਿਣ ਲੱਗ ਪਏ ਜੀ। ਹਾਂਜੀ। ਬੜਾ ਔਖਾ ਹੈਗਾ ਜੀ, ਉਮਰ ਵਿੱਚ ਵੀ ਵੱਡੇ ਹੋਣਾ, ਦੁਨਿਆਵੀ ਰਿਸ਼ਤੇਦਾਰੀ ਵਿੱਚ ਵੀ ਵੱਡੇ ਹੋਣਾ, ਫਿਰ ਵੀ ਆਪਣੇ ਆਪ ਦੀ ਹਉਮੈ ਛੱਡ ਦੇਣੀ ਜੀ। ਸੇਵਕ ਬਣ ਕੇ ਅੰਮ੍ਰਿਤਸਰ ਵਿੱਚ ਰਹਿਣ ਲੱਗ ਪਏ ਜੀ। ਹਾਂਜੀ। ਕਰਨ ਸੇਵ ਸਤਿਗੁਰ ਕੀ ਚਾਹੀ। ਤੇ ਮਹਾਰਾਜ ਜੀ ਦੇ ਤਾਇਆ ਜੀ ਸੰਘਾਰੀ ਮੱਲ ਜੀ ਪਤਾ ਕੀ ਚਾਹੁੰਦੇ ਆ, ਮੈਂ ਗੁਰੂ ਅਰਜਨ ਦੇਵ ਜੀ ਦੀ ਸੇਵਾ ਕਰਿਆ ਕਰਾਂ। ਹੁਣ ਵੇਖ ਲਓ, ਕਿਤੇ ਭਤੀਜੇ ਵਾਲੀ ਗੱਲ ਹੈਗੀ ਹੈ ਜੀ। ਨਾ ਤੇ ਸੰਗਤ ਜੀ ਇੱਥੇ ਉਮਰ ਦੀ ਗੱਲ ਹੈਗੀ ਹੈ, ਨਾ ਇੱਥੇ ਰਿਸ਼ਤੇਦਾਰੀ ਦੀ ਗੱਲ ਹੈਗੀ, ਨਾ ਪਦਵੀ ਦੀ ਗੱਲ ਹੈਗੀ ਹੈ, ਇੱਥੇ ਨਾਮ ਦੀ ਗੱਲ ਹੈਗੀ ਜੀ ਬਸ ਜੀ। ਹਾਂਜੀ। ਵੱਡੋ ਜਾਨ ਕਰ ਦੇਤ ਹਟਾਏ। ਹੁਣ ਜਦੋਂ ਉਹਨਾਂ ਮਹਾਰਾਜ ਦੀ ਸੇਵਾ ਕਰਨ ਲੱਗਣਾ, ਮਹਾਰਾਜ ਨੇ ਕਹਿਣਾ, ਤਾਇਆ ਜੀ ਸਾਡੇ ਲਈ ਤੁਸੀਂ ਸਾਡੇ ਪਿਤਾ ਜੀ ਵਰਗੇ ਹੋ, ਤੁਸੀਂ ਤਾਂ ਉਹਨਾਂ ਤੋਂ ਵੀ ਵੱਡੇ ਹੋ, ਤਾਇਆ ਜੀ ਹੋ। ਤੇ ਮਹਾਰਾਜ ਨੇ ਵੱਡਿਆਂ ਜਾਣ ਕੇ ਉਹਨਾਂ ਨੂੰ ਸੇਵਾ ਨਾ ਕਰਨ ਦੇਣੀ, ਵੀ ਤੁਸੀਂ ਸਾਡੀ ਸੇਵਾ ਨਾ ਕਰਿਆ ਕਰੋ। ਹਾਂਜੀ। ਸਿੱਖਨ ਸੇਵਾ ਕਰੈ ਬਨਾਏ। ਤੇ ਪਰ ਉਹਨਾਂ ਦਾ ਪੱਕਾ ਫੁਰਨਾ ਸੀ ਵੀ ਮੈਂ ਸੇਵਾ ਕਰਿਆ ਕਰਨੀ ਹੈ। ਇਸ ਕਰਕੇ ਗੁਰਸਿੱਖਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਜੀ ਉਹਨਾਂ, ਵੀ ਜੇ ਗੁਰੂ ਸਾਹਿਬ ਨਹੀਂ ਕਰਨ ਦਿੰਦੇ ਤੇ ਮੈਂ ਸਿੱਖਾਂ ਦੀ ਕਰਾਂ। ਹਾਂਜੀ। ਚਰਨ ਪਖਾਰ ਹੈ ਹੱਕ ਹੈ ਪਾਉਣ। ਆਖੋ ਵਾਹਿਗੁਰੂ। ਕਮਾਲ ਦੀ ਗੱਲ ਇਹ ਹੈ, ਬਜ਼ੁਰਗੀ ਦੇ ਵਿੱਚ ਵੀ ਸੰਗਤ ਨੂੰ ਪੱਖਾ ਝੱਲਦੇ ਆ ਜੀ, ਚਰਨ ਧਵਾਉਣ ਦੀ ਸੇਵਾ ਕਰਦੇ। ਸੰਗਤ ਜੀ, ਚਾਅ ਵਾਲੇ ਬੰਦੇ ਅੰਦਰ ਟਿਕ ਕੇ ਨਹੀਂ ਬਹਿ ਸਕਦੇ ਜੀ। ਜਿਨ੍ਹਾਂ ਦੇ ਮਨ ਵਿੱਚ ਚਾਓ ਹੈ ਨਾ, ਉਹ ਕਿਸੇ ਨਾ ਕਿਸੇ ਸੇਵਾ 'ਚ ਲੱਗੇ ਹੀ ਰਹਿੰਦੇ ਜੀ, ਲੱਗੇ ਹੀ ਰਹਿੰਦੇ ਜੀ। ਹਾਂਜੀ। ਬਾਸਨ ਮਾਂਜੈ ਹੈ ਝੂਠੇ ਭੌਣ। ਪੱਖਾ ਵੀ ਫੇਰਨਾ, ਚਰਨ ਵੀ ਧੋਣੇ ਸੰਗਤਾਂ ਦੇ। ਫਿਰ ਖੁਦ ਰਿਸ਼ਤੇਦਾਰੀ ਵਿੱਚ ਵੱਡੇ ਹੁੰਦੇ ਨੇ, ਵੱਡੇ ਨੇ, ਫਿਰ ਵੀ ਸੰਗਤਾਂ ਦੇ ਝੂਠੇ ਭਾਂਡੇ ਮਾਂਜਦੇ ਸੀਗੇ ਜੀ। ਦਰਬਾਰ ਸਾਹਿਬ ਜਿਹੜੀਆਂ ਸੰਗਤਾਂ ਨੇ ਆਉਣਾ, ਦਰਸ਼ਨ ਕਰਨੇ, ਕੀਰਤਨ ਸੁਣਨਾ, ਪ੍ਰਸ਼ਾਦਾ ਵੀ ਛਕਦੀਆਂ ਸਨ, ਉਹਨਾਂ ਦੇ ਝੂਠੇ ਭਾਂਡੇ ਮਾਂਜਣ ਦੀ ਸੇਵਾ ਕਰਦੇ ਜੀ। ਹਾਂਜੀ। ਭਗਤ ਹਿਰਦੈ ਅਕਰੂਰ ਸਮਾਨਾ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਜਿਵੇਂ ਕ੍ਰਿਸ਼ਨ ਜੀ ਦੇ ਚਾਚਾ ਜੀ ਹੋਏ ਆ ਅਕਰੂਰ, ਤੇ ਭੱਟ ਜੀ ਸਵਈਆਂ 'ਚ ਲਿਖਦੇ ਉਦੋਂ ਅਕਰੂਰ, ਅਕਰੂਰ ਜੀ ਦਾ ਨਾਮ ਆਉਂਦਾ ਜੀ। ਇਹ ਵੀ ਗੁਣ ਗਾਉਂਦੇ ਆ। ਹਾਂਜੀ। ਅਕਰੂਰ ਜੀ ਚਾਚੇ ਸਨ, ਪਰ ਕ੍ਰਿਸ਼ਨ ਜੀ ਨੂੰ ਵੱਡਾ ਜਾਣਦੇ ਸੀਗੇ ਜੀ, ਭਤੀਜਾ ਨਹੀਂ ਜਾਣਦੇ ਜੀ। ਹਾਂਜੀ। ਜਥਾ ਕ੍ਰਿਸ਼ਨ ਮੈਂ ਨਿਸ਼ਚੈ ਠਾਨਾ। ਉਹ ਕ੍ਰਿਸ਼ਨ ਜੀ ਤੇ ਭਰੋਸਾ ਰੱਖਦੇ ਸੀਗੇ ਜੀ। ਕਵੀ ਸੰਤੋਖ ਸਿੰਘ ਜੀ ਲਿਖਦੇ, ਕਹਿੰਦੇ ਹੈਗੇ ਤੇ ਗੁਰੂ ਅਰਜਨ ਦੇਵ ਜੀ ਦੇ ਤਾਇਆ ਜੀ ਨੇ, ਪਰ ਕਦੀ ਸਤਿਗੁਰੂ ਨੂੰ ਭਤੀਜਾ ਨਹੀਂ ਸਮਝਿਆ, ਸਤਿਗੁਰੂ ਨੂੰ ਮੁਕਤੀ ਦਾਤਾ ਸਮਝਿਆ ਜੀ। ਹਾਂਜੀ।
ਤਿਮ ਸ਼੍ਰੀ ਅਰਜਨ ਕੋ ਮਨ ਜਾਣੈ। ਬਸ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਵੱਡਾ ਜਾਣਦੇ ਆਪਣੇ ਮਨ ਵਿੱਚ। ਹਾਂਜੀ, ਪ੍ਰਥਮ ਜਨਮ ਕੀ ਗਿਆਤ ਬਖਾਨੈ। ਤੇ ਭਗਤੀ ਕਰ ਕਰਕੇ ਇਹਨਾਂ ਨੂੰ ਪਿਛਲੇ ਜਨਮਾਂ ਦਾ ਵੀ ਗਿਆਨ ਹੈਗਾ ਜੀ ਸਾਰਾ ਜੀ। ਸਾਰਿਆਂ ਨੂੰ ਨਹੀਂ ਹੁੰਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਸਾਨੂੰ ਕੋਈ ਪੁੱਛ ਲੇ ਵੀ ਤੇਰਾ ਪਿਛਲਾ ਜਨਮ ਕੀ ਹੈ, ਸਾਨੂੰ ਕੀ ਪਤਾ ਸੰਗਤ ਜੀ। ਇਹਨਾਂ ਨੂੰ ਗਿਆਨ ਹੋ ਚੁੱਕਾ ਸੀਗਾ ਜੀ। ਹਾਂਜੀ, ਇਸ ਵਿਧ ਦੇਖ ਦਇਆ ਕੋ ਠਾਨੀ। ਹੁਣ ਗੁਰੂ ਸਾਹਿਬ ਨੇ ਵੇਖਣਾ ਵੀ ਸਾਡੇ ਤਾਇਆ ਜੀ ਹੈ, ਉਮਰ ਵਿੱਚ ਵੀ ਵੱਡੇ ਆ, ਸਰੀਰ ਵੀ ਬੜਾ ਸਿਆਣਾ ਬਜ਼ੁਰਗ ਹੋ ਗਿਆ, ਫਿਰ ਵੀ ਭਾਂਡੇ ਧੋਂਦੇ ਆ। ਤੇ ਮਹਾਰਾਜ ਉਹਨਾਂ ਵੱਲ ਵੇਖ ਕੇ ਦਇਆ ਦੇ ਘਰ ਚ ਆ ਜਾਂਦੇ ਜੀ। ਹਾਂਜੀ, ਨਿਕਟ ਹਕਾਰਿਓ ਗੁਰੂ ਬਖਾਨੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸੇਵਕਾਂ ਨੂੰ ਭੇਜਿਆ, ਸਤਿਕਾਰ ਨਾਲ ਸਾਡੇ ਤਾਇਆ ਜੀ ਨੂੰ ਲੈ ਕੇ ਆਓ। ਲੈ ਕੇ ਆਂਦਾ ਜੀ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਹਾਂਜੀ, ਤੁਮ ਹੋ ਵੱਡੇ ਲਗਤ ਹੋ ਤਾਏ। ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੁਸੀਂ ਵੱਡੇ ਹੋ। ਕਹਿਣ ਲੱਗੇ, ਤੁਸੀਂ ਰਿਸ਼ਤੇਦਾਰੀ 'ਚ ਸਾਡੇ ਤਾਇਆ ਜੀ ਲੱਗਦੇ ਹੋ। ਹਮਕੋ ਚਾਹੀਅਤ ਸੇਵ ਕਮਾਏ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਸੇਵਾ ਤੇ ਸਾਨੂੰ ਕਰਨੀ ਚਾਹੀਦੀ ਹੈ ਤੁਹਾਡੀ। ਤੁਸੀਂ ਵੱਡੇ ਹੋ, ਸੇਵਾ ਤੇ ਅਸੀਂ ਤੁਹਾਡੀ ਕਰਾਂਗੇ। ਹਾਂਜੀ, ਸੁਨ ਕਰ ਜੋਰੇ ਅਰਜ਼ ਗੁਜ਼ਾਰੀ। ਤੇ ਫਿਰ ਹੁਣ ਵੇਖਿਓ ਸੰਘਾਰੀ ਮੱਲ ਜੀ ਗੁਰੂ ਅਰਜਨ ਦੇਵ ਜੀ ਅੱਗੇ ਹੱਥ ਜੋੜ ਕੇ ਨਾ ਮਹਾਰਾਜ ਨੂੰ ਬੇਨਤੀ ਕਰਨ ਲੱਗੇ ਜੀ। ਹਾਂਜੀ, ਮੱਛ ਕੱਛ ਬਾਵਨ ਤਨ ਧਾਰੀ। ਸੱਚੇ ਪਾਤਸ਼ਾਹ ਮਹਾਰਾਜ ਪਿਛਲੇ ਯੁੱਗਾਂ 'ਚ ਜਿਹੜੇ ਰੱਬ ਦੇ ਅਵਤਾਰ ਮੰਨੇ ਗਏ ਤੁਸੀਂ ਹੋ ਮਹਾਰਾਜ। ਮੱਛ ਕੱਛ 52 ਅਵਤਾਰ ਸਭ ਤੁਸੀਂ ਹੋ ਮਹਾਰਾਜ। ਮੈਂ ਤੁਹਾਨੂੰ ਪਰਮੇਸ਼ਰ ਜਾਣਿਆ ਮਹਾਰਾਜ। ਹਾਂਜੀ, ਸ਼੍ਰੀ ਨਰ ਸਿੰਘ ਰਾਮ ਅਵਤਾਰਾ। ਪ੍ਰਹਿਲਾਦ ਜੀ ਨੂੰ ਬਚਾਉਣ ਵਾਸਤੇ ਰੱਬ ਨੇ ਨਰ ਸਿੰਘ ਦਾ ਰੂਪ ਧਾਰਨ ਕੀਤਾ। ਮਹਾਰਾਜ ਉਹ ਨਰ ਸਿੰਘ ਪਰਮੇਸ਼ਰ ਦਾ ਅਵਤਾਰ ਸਨ। ਮੇਰੇ ਲਈ ਤੁਸੀਂ ਉਹੋ ਹੀ ਹੋ ਮਹਾਰਾਜ। ਹਾਂਜੀ, ਕ੍ਰਿਸ਼ਨ ਰੂਪ ਪੁਨ ਤੁਮਨੇ ਧਾਰਾ। ਮਹਾਰਾਜ ਲੋਕ ਰਾਮ ਜੀ ਨੂੰ ਪਰਮੇਸ਼ਰ ਕਹਿੰਦੇ ਆ, ਕ੍ਰਿਸ਼ਨ ਜੀ ਨੂੰ ਪਰਮੇਸ਼ਰ ਕਹਿੰਦੇ ਆ। ਮਹਾਰਾਜ ਮੇਰੇ ਲਈ ਰਾਮ ਜੀ ਵੀ ਤੁਸੀਂ ਤੇ ਕ੍ਰਿਸ਼ਨ ਜੀ ਵੀ ਤੁਸੀਂ ਹੋ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਮੈਂ ਤੁਹਾਨੂੰ ਆਪਣਾ ਭਤੀਜਾ ਨਹੀਂ ਸਮਝਦਾ। ਮਹਾਰਾਜ ਮੇਰੇ ਤੇ ਗੁਰੂ ਵੀ ਤੁਸੀਂ ਹੋ, ਪਰਮੇਸ਼ਰ ਵੀ ਤੁਸੀਂ ਹੋ ਮਹਾਰਾਜ। ਇੰਨੀ ਸ਼ਰਧਾ, ਉਮਰ ਸਿਆਣੀ, ਨਿਮਰਤਾ ਇੰਨੀ ਜ਼ਿਆਦਾ ਜੀ। ਹਾਂਜੀ, ਸੁਨ ਪ੍ਰਸੰਨ ਤਬ ਸਾਹਿਬ ਹੋਏ। ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਗਰੀਬ ਨਵਾਜ ਸੁਣ ਕੇ ਖੁਸ਼ ਹੋਏ ਜੀ। ਫਿਰ ਜੀ ਵੀ ਬਹੁਤ ਵਧੀਆ ਗੱਲ ਇਹਨਾਂ ਨੇ ਕੀਤੀ ਹੈ। ਹਾਂਜੀ, ਨੀਵੋ ਮਨ ਤਾਇਓ ਕਹ ਜੋਏ। ਮਹਾਰਾਜ ਨੇ ਵੇਖਿਆ ਸਾਡੇ ਤਾਇਆ ਜੀ ਦਾ ਮਨ ਨੀਵਾਂ ਹੋ ਗਿਆ ਹੈ, ਨੀਵਾਂ ਹੋ ਗਿਆ ਸੇਵਾ ਕਰ ਕਰਕੇ। ਹਾਂਜੀ, ਦੀਨਸ ਬਾਰ ਸਿੱਖੀ ਤੁਮ ਪਾਵੋ। ਵੇਖ ਲਓ ਮੈਂ ਅੱਗੇ ਵੀ ਬੜੀ ਵਾਰੀ ਬੇਨਤੀ ਕੀਤੀ ਹੈ ਤੁਹਾਨੂੰ। ਕੱਲ ਗੁਰੂ ਅਮਰਦਾਸ ਜੀ ਦਾ ਗੁਰਪੁਰਬ ਹੈ। ਮਹਾਰਾਜ ਨੇ ਆਪਣੇ ਪੁੱਤਰ ਨੂੰ ਬਾਬਾ ਮੋਹਰੀ ਜੀ ਨੂੰ ਅਖੀਰਲੇ ਸਮੇਂ ਕਿਹਾ ਸੀ, ਮੋਹਰੀ ਤੂੰ ਅੱਜ ਸਾਡਾ ਸਿੱਖ ਬਣਿਆ। ਅੱਗੇ ਮਹਾਰਾਜ ਕਹਿੰਦੇ ਸੀਗੇ ਤਾਇਆ ਜੀ। ਅੱਜ ਗੁਰੂ ਅਰਜਨ ਦੇਵ ਜੀ ਖੁਸ਼ ਹੋਏ, ਤਾਇਆ ਜੀ ਨੂੰ ਕਹਿਣ ਲੱਗੇ, ਕਹਿੰਦੇ ਅੱਜ ਤੋਂ ਤੁਸੀਂ ਸਾਡੇ ਸਿੱਖ ਹੈਗੇ ਹੋ। ਕਹਿਣ ਲੱਗੇ, ਹੁਣ ਅੰਦਾਜ਼ਾ ਲਾਓ ਇਹਦਾ ਮਤਲਬ ਹੈ ਗੁਰਸਿੱਖ ਸਤਿਗੁਰੂ ਜੀ ਦੇ ਵਾਸਤੇ ਰਿਸ਼ਤੇਦਾਰਾਂ ਤੋਂ ਵੀ ਉੱਤੇ ਹੈਗੇ ਨੇ ਜੀ। ਰਿਸ਼ਤੇਦਾਰਾਂ ਤੋਂ ਵੀ ਉੱਤੇ ਹੈਗੇ ਆ ਜੀ। ਦੀਨਸ ਬਰ ਸਿੱਖੀ ਤੁਮ ਪਾਵੋ। ਮਹਾਰਾਜ ਨੇ ਬਚਨ ਕੀਤਾ, ਤਾਇਆ ਜੀ ਤੁਹਾਨੂੰ ਸਿੱਖੀ ਦੀ ਦਾਤ ਪ੍ਰਾਪਤ ਹੋਵੇ। ਕਹਿਣ ਲੱਗੇ, ਕਿੰਨੀ ਵੱਡੀ ਸਿੱਖੀ ਜੀ ਫਿਰ। ਹਾਂਜੀ, ਬ੍ਰਹਮ ਗਿਆਨ ਤੇ ਕਸ਼ਟ ਮਿਟਾਵੋ। ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇ ਤੁਹਾਨੂੰ, ਤੁਹਾਡੇ ਸਾਰੇ ਕਸ਼ਟ ਹੀ ਮੁੱਕ ਜਾਣ, ਫਿਕਰਾਂ ਝੋਰੇ ਦੁੱਖ ਸੰਤਾਪ ਸਾਰੇ ਮੁੱਕ ਜਾਣ। ਹਾਂਜੀ, ਨਿਹਾਲ ਭਇਓ ਤਬੈ ਸੰਹਾਰੀ। ਗੱਜ ਕੇ ਆਖੋ। ਹੁਣ ਬੋਲਣ ਵਾਲੇ ਬਚਨ ਕਰਨ ਵਾਲੇ ਗੁਰੂ ਅਰਜਨ ਦੇਵ ਮਹਾਰਾਜ ਹਨ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਸੁਣ ਕੇ ਨਿਹਾਲ ਹੋ ਗਏ ਜੀ। ਵਾਹਿਗੁਰੂ ਮਹਾਰਾਜ ਨੇ ਜਦੋਂ ਬਚਨ ਕੀਤੇ ਤਾਇਆ ਜੀ ਸੁਣ ਕੇ ਨਿਹਾਲ ਹੋ ਗਏ ਜੀ।
ਹਾਂਜੀ। ਗਤ ਪਾਈ ਬ੍ਰਹਮ ਗਿਆਨ ਸੁਖਾਰੀ। ਤੇ ਸੰਗਤ ਜੀ ਗੁਰੂ ਸਾਹਿਬ ਨੇ ਕੱਲਾ ਬਚਨ ਹੀ ਨਹੀਂ ਕਰਨਾ ਹੁੰਦਾ, ਬਚਨ ਦੇ ਨਾਲ ਨਾਲ ਕਿਰਪਾ ਵੀ ਕਰ ਦਿੰਦੇ ਮਹਾਰਾਜ। ਬਚਨ ਨਾਲ ਕਿਰਪਾ ਕਰ ਦਿੱਤੀ, ਬ੍ਰਹਮ ਗਿਆਨੀਆਂ ਵਾਲੀ ਅਵਸਥਾ ਸਤਿਗੁਰੂ ਜੀ ਦੇ ਤਾਇਆ ਜੀ ਦੀ ਬਣ ਗਈ ਜੀ। ਹਾਂਜੀ। ਸਾਈਂ ਦਿੱਤਾ ਝੰਜੀ ਜੋਏ। ਅੰਮ੍ਰਿਤਸਰ ਫਿਰ ਰਹੇ ਜੀ ਉਹ ਜੀ, ਲੰਮਾ ਸਮਾਂ, ਜਿੰਨਾ ਸਮਾਂ ਰਹੇ ਨਾ ਜੀ ਸਰੀਰ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਤਾਇਆ ਜੀ ਬਾਬਾ ਸੰਹਾਰੀ ਮੱਲ ਜੀ ਅੰਮ੍ਰਿਤਸਰ ਹੀ ਰਹੇ ਜੀ ਫਿਰ ਉਹ ਜੀ। ਗੁਰੂ ਜੀ ਦੀ ਮਿਹਰ ਚਾਹੀਦੀ ਹੈ। ਬ੍ਰਹਮ ਗਿਆਨੀ ਜੁਗਾਂ ਪਰਯੰਤ ਵੀ ਕੋਈ ਕਮਾਈ ਕਰੇ ਨਹੀਂ ਬਣ ਸਕਦਾ ਜੀ। ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ। ਜਿਹਦੇ ਤੇ ਮਿਹਰ ਕਰ ਦੇਣ ਉਹਨੂੰ ਬ੍ਰਹਮ ਗਿਆਨੀ ਬਣਾਉਂਦੇ ਮਹਾਰਾਜ। ਫਿਰ ਪੜੋ ਸਾਈਂ। ਸਾਈਂ ਦਿੱਤਾ ਝੰਜੀ ਜੋਏ, ਸੈਦੋ ਜਾਟ ਲਵਪੁਰੀ ਸੋਏ। ਭਾਈ ਸਾਈਂ ਦਿੱਤਾ ਜੀ, ਭਾਈ ਝੰਜੀ ਜੀ ਤੇ ਭਾਈ ਸੈਦੋ ਜੀ ਲਾਹੌਰ ਦੇ ਰਹਿਣ ਵਾਲੇ ਨੇ ਜੀ ਗਏ। ਹਾਂਜੀ। ਅਪਰ ਸਿੱਖ ਲਵਪੁਰ ਕੇ ਸਾਰੇ। ਕੁਝ ਲਾਹੌਰ ਦੇ ਹੋਰ ਸਿੱਖ ਨਾਲ ਮਿਲ ਕੇ ਸ਼੍ਰੀ ਗੁਰ ਅਮਰ ਸੇਵਕੋ ਧਾਰੇ। ਉਹ ਗੁਰੂ ਅਮਰਦਾਸ ਜੀ ਦੀ ਸੇਵਾ ਕਰਦੇ ਹੁੰਦੇ ਸੀਗੇ ਜੀ। ਹਾਂਜੀ। ਕਰੇ ਪ੍ਰਸੰਨ ਸਰਬ ਹੀ ਰੀਤ। ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਖੁਸ਼ ਕੀਤਾ ਜੀ। ਸਾਈਂ ਦਿੱਤਾ ਜੀ ਨੇ, ਝੰਜੀ ਜੀ ਨੇ, ਸੈਦੋ ਜੀ ਨੇ, ਸਿੱਖਾਂ ਨੇ, ਲਾਹੌਰ ਦੀਆਂ ਸੰਗਤਾਂ ਨੇ ਸੇਵਾ ਕਰ ਕਰਕੇ ਗੁਰੂ ਅਮਰਦਾਸ ਜੀ ਦੀ ਖੁਸ਼ੀ ਲੈ ਲਈ ਜੀ। ਹਾਂਜੀ। ਸ਼੍ਰੀ ਮੁਖ ਤੇ ਬੋਲੇ ਪਿਖ ਪ੍ਰੀਤ। ਧੰਨ ਗੁਰੂ ਅਮਰਦਾਸ ਜੀ ਨੇ ਉਹਨਾਂ ਸਿੱਖਾਂ ਨੂੰ ਵੇਖਿਆ, ਬੜਾ ਪ੍ਰੇਮ ਹੈ। ਉਹਨਾਂ ਦਾ ਪ੍ਰੇਮ ਵੇਖ ਕੇ ਸਤਿਗੁਰੂ ਜੀ ਨੇ ਬਚਨ ਕੀਤਾ ਜੀ। ਹਾਂਜੀ। ਹਮ ਪ੍ਰਸੰਨ ਤੁਮ ਜਾਚੋ ਬਰ ਕੋ। ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਕਿਹਾ ਸੀ, ਭਾਈ ਸਿੱਖੋ ਅਸੀਂ ਤੁਹਾਡੇ ਤੇ ਖੁਸ਼ ਹਾਂ, ਕੁਝ ਮੰਗ ਲਵੋ। ਹਾਂਜੀ। ਕਰੋ ਮਨੋਰਥ ਪੂਰਨ ਉਰਕੋ। ਜੋ ਤੁਹਾਡੇ ਅੰਦਰ ਦਾ ਮਨੋਰਥ ਹੈ, ਮੰਗ ਹੈ, ਉਹ ਦੱਸ ਦਿਓ, ਅਸੀਂ ਪੂਰੀ ਕਰ ਦਿਆਂਗੇ। ਕਿੰਨੀ ਖੁਸ਼ੀ ਹੋਈ ਹੋਏਗੀ ਮਹਾਰਾਜ ਦੀ ਉਹਨਾਂ ਤੇ ਜੀ। ਤਾਈਓ ਮਹਾਰਾਜ ਉਹਨਾਂ ਨੂੰ ਕਹਿੰਦੇ ਮੰਗੋ ਕੁਛ। ਹਾਂਜੀ। ਸਭ ਸਿੱਖਨ ਮਿਲ ਭਰੇ ਵਿਚਾਰਾ, ਹਾਥ ਜੋਰ ਗੁਰ ਨਿਕਟ ਉਚਾਰਾ। ਉਸ ਸਮੇਂ ਫਿਰ ਲਾਹੌਰ ਦੇ ਸਿੱਖਾਂ ਨੇ ਹੱਥ ਜੋੜ ਕੇ ਗੁਰੂ ਅਮਰਦਾਸ ਜੀ ਨੂੰ ਇੱਕ ਬੇਨਤੀ ਕੀਤੀ ਸੀਗੀ। ਹਾਂਜੀ। ਪ੍ਰਥਮ ਗੁਰੂ ਨਾਨਕ ਪੁਰ ਆਏ। ਇਹ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਪਹਿਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਲਾਹੌਰ ਵਿੱਚ ਆਏ ਸਨ ਮਹਾਰਾਜ। ਹਾਂਜੀ। ਵੇਖਿਓ ਕਸਾਬਪੁਰਾ ਸੋ ਰਿਸਾਏ। ਜਦੋਂ ਉਹਨਾਂ ਉੱਥੇ ਬੁੱਚੜਖਾਨਾ ਵੇਖਿਆ ਮਹਾਰਾਜ ਪ੍ਰਸੰਨ ਨਹੀਂ ਹੋਏ ਗੁਰੂ ਨਾਨਕ ਸਾਹਿਬ। ਹਾਂਜੀ। ਲਖਿਓ ਪਾਪ ਹੋਏ ਘੋਰ ਮਹਾਨਾ। ਮਹਾਰਾਜ ਸਤਿਗੁਰੂ ਜੀ ਨੇ ਵੇਖਿਆ ਵੀ ਇੱਥੇ ਤੇ ਅੰਮ੍ਰਿਤ ਵੇਲੇ ਹੀ ਪਾਪ ਸ਼ੁਰੂ ਹੋ ਗਿਆ। ਹਾਂਜੀ। ਸਰਾਪਤ ਕੀਨਸ ਏਵ ਬਖਾਨਾ। ਤੇ ਮਹਾਰਾਜ ਜੀ ਨੇ ਫਿਰ ਬਚਨ ਕੀਤਾ ਸੀਗਾ ਇੱਕ। ਹਾਂਜੀ। ਮਹੱਲਾ ਪਹਿਲਾ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਗੱਜ ਕੇ ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਨੇ ਕੀ ਆਖਿਆ? ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ। ਇਹਦਾ ਭਾਵ ਇਹ ਸੀਗਾ ਅਜੇ ਸਵਾ ਪਹਿਰ ਸ਼ੁਰੂ ਹੋਇਆ ਦਿਨ ਦਾ, ਅੰਮ੍ਰਿਤ ਵੇਲਾ ਹੈ। ਬੁੱਚੜਖਾਨੇ ਵਿੱਚ ਜੀਵਾਂ ਦੀ ਹੱਤਿਆ ਸ਼ੁਰੂ ਹੋ ਗਈ ਸੀਗੀ। ਮਹਾਰਾਜ ਨੇ ਕਿਹਾ ਇੱਥੇ ਤੇ ਜ਼ਹਿਰ ਕਹਿਰ ਵਰਤ ਰਿਹਾ ਹੈ। ਹਾਂਜੀ। ਚੌਪਈ ਤਬ ਕੇ ਪੁਰ ਮੈਂ ਨਰ ਦੁਖ ਪਾਵੇਂ। ਤੇ ਸੰਗਤਾਂ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੀਆਂ, ਮਹਾਰਾਜ ਉਦੋਂ ਦੇ ਸਾਡੇ ਨਗਰ ਦੇ ਲੋਕ ਦੁਖੀ ਨੇ, ਮਹਾਰਾਜ ਦੁਖੀ ਨੇ। ਚੇਤਾ ਰੱਖਿਓ ਜੋ ਗੁਰੂ ਜੀ ਦੇ ਮੁਖੋਂ ਨਿਕਲ ਗਿਆ ਉਹ ਅਟਲ ਹੈ ਜੀ, ਉਹ ਅਟਲ ਹੈ। ਬਾਣੀ 'ਚ ਲਿਖਿਆ ਗਿਆ ਜੀ। ਫਿਰ ਜੀ ਹੁਣ ਇਸ ਦੇਸ਼ ਬਾਰੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ 'ਚ ਲਿਖਿਆ ਜੀ, ਉਹ ਧਿਆਨ ਨਾਲ ਸੁਣਿਓ। ਇਸ ਦੇਸ਼ ਦਾ ਨਕਸ਼ਾ ਮਹਾਰਾਜ ਕਹਿੰਦੇ ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰਹਿ ਆਹਾਰ। ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ। ਅੱਜ ਤੱਕ ਇਸ ਦੇਸ਼ 'ਚ ਕੂੜ ਹੀ ਭਰਪੂਰ ਹੈਗਾ ਜੀ। ਤੁਸੀਂ ਵੇਖ ਲਓ ਕਿਉਂ? ਉਹ ਬਾਣੀ 'ਚ ਲਿਖਿਆ ਗਿਆ ਜੀ, ਬਾਣੀ 'ਚ ਲਿਖਿਆ ਗਿਆ ਜੀ।
ਮਹਾਰਾਜ ਨੇ ਬਾਣੀ 'ਚ ਇੱਥੋਂ ਦੇ ਲੋਕਾਂ ਦਾ ਹਾਲ ਦੱਸਿਆ। ਰੋਜ਼ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ, ਥਾਵਾਂ ਥਾਵਾਂ ਤੇ ਬੇਅੰਤ ਸਥਾਨਾਂ ਤੇ ਇਹਨਾਂ ਪੰਕਤੀਆਂ ਦਾ ਕੀਰਤਨ ਹੁੰਦਾ ਜੀ। ਤੇ ਬਹੁਤ ਸਾਰੇ ਲੋਕ ਇਸ ਦੇਸ਼ ਦੇ ਝੂਠ ਬੋਲ ਕੇ ਹੀ ਪ੍ਰਸ਼ਾਦਾ ਛਕਦੇ, ਸੱਚ ਬੋਲਣ ਵਾਲੇ ਥੋੜੇ ਨੇ ਜੀ। ਲਾਹੌਰ ਦੇ ਲੋਕ ਕਹਿੰਦੇ ਮਹਾਰਾਜ ਉਦੋਂ ਦੇ ਅਸੀਂ ਦੁਖੀ ਆ ਜਦੋਂ ਦਾ ਲਾਹੌਰ ਨੂੰ ਜ਼ਹਿਰ ਕਹਿਰ ਮਹਾਰਾਜ ਨੇ ਕਹਿਤਾ। ਹਾਂਜੀ, ਸਵਾ ਪਹਿਰ ਲਗ ਬਾਦ ਉਠਾਵੇਂ। ਮਹਾਰਾਜ ਅਜੇ ਸਵਾ ਪਹਿਰ ਹੀ ਹੁੰਦਾ, ਅੰਮ੍ਰਿਤ ਵੇਲਾ ਹੀ ਹੁੰਦਾ ਹੈ। ਸੱਚੇ ਪਾਤਸ਼ਾਹ ਲਾਹੌਰ ਵਿੱਚ ਲੜਾਈਆਂ ਸ਼ੁਰੂ ਹੋ ਜਾਂਦੀਆਂ ਨੇ। ਉਹ ਅਸਰ ਵਰਤਣਾ ਨਾ ਮਹਾਰਾਜ ਦੇ ਬਚਨ ਦਾ ਜੀ। ਹਾਂਜੀ, ਲਰਹਿ ਪਰਸ ਪਰ ਝਗਰੈ ਮਾਨੀ। ਮਹਾਰਾਜ ਖੂਬ ਲੜਾਈ ਹੁੰਦੀ ਹੈ, ਝਗੜਾ ਹੁੰਦਾ ਹੈ। ਹਾਂਜੀ, ਕੇਤਿਕ ਹੋਏ ਪ੍ਰਾਨ ਲਗ ਹਾਨੀ। ਕਈ ਵਾਰੀ ਤੇ ਲੜਾਈ ਝਗੜੇ 'ਚ ਜਾਨਾਂ ਵੀ ਚਲੇ ਜਾਂਦੀਆਂ ਮਹਾਰਾਜ, ਇਹੋ ਜੀ ਲੜਾਈ ਹੋ ਜਾਂਦੀ ਹੈ। ਹਾਂਜੀ, ਮਹਾ ਸੰਤਾਪ ਪਾਏ ਨਰ ਰਹੈ। ਲੋਕ ਬੜੇ ਦੁਖੀ ਨੇ ਮਹਾਰਾਜ ਸੱਚੇ ਪਾਤਸ਼ਾਹ। ਹਾਂਜੀ, ਜ਼ਹਿਰ ਸਮਾਨ ਆਪ ਮੈਂ ਕਹੈ। ਗੱਜ ਕੇ ਆਖੋ। ਤੇ ਜਿਹੜਾ ਬੋਲਦਾ ਕੌੜਾ ਜ਼ਹਿਰ ਵਰਗਾ ਹੀ ਬੋਲਦਾ ਮਹਾਰਾਜ। ਵੇਖ ਲੋ ਬਾਣੀ ਦਾ ਕਿੰਨਾ ਅਸਰ ਜੇ ਜੀ। ਹਾਂਜੀ, ਅਸੀਂ ਸਮਝੀਏ ਨਾ ਸਮਝੀਏ, ਬਾਣੀ ਦਾ ਇੰਨਾ ਅਸਰ ਹੈ। ਕਹਿੰਦੇ ਮਹਾਰਾਜ ਲੋਕਾਂ ਦੀਆਂ ਜ਼ੁਬਾਨਾਂ ਹੀ ਜ਼ਹਿਰ ਵਰਗੀਆਂ ਹੋ ਗਈਆਂ, ਕੌੜਾ ਹੀ ਬੋਲਦੇ ਸਾਰੇ। ਹਾਂਜੀ, ਅਬ ਸੋ ਸਰਾਪ ਮਿਟਾਵਨ ਕਰੀਐ। ਮਹਾਰਾਜ ਉਹ ਜਿਹੜਾ ਸਖਤ ਬਚਨ ਮਹਾਰਾਜ ਨੇ ਉਸ ਸਮੇਂ ਦਾ ਹਾਲਾਤ ਵੇਖ ਕੇ ਕੀਤਾ, ਮਹਾਰਾਜ ਕਿਰਪਾ ਕਰਕੇ ਉਹ ਬਦਲ ਦਿਓ। ਤੁਸੀਂ ਗੁਰੂ ਨਾਨਕ ਸਾਹਿਬ ਵੀ ਹੋ ਮਹਾਰਾਜ। ਹਾਂਜੀ, ਸਤ ਸੰਗਤ ਇਸ ਸਮੇਂ ਨਿਹਰੀਐ। ਮਹਾਰਾਜ ਸੰਗਤ ਤੁਹਾਡੇ ਚਰਨਾਂ 'ਚ ਬੇਨਤੀ ਕਰ ਰਹੀ ਹੈ। ਨਾਲੇ ਹੁਣ ਮਹਾਰਾਜ ਲਾਹੌਰ 'ਚ ਸੰਗਤ ਵੀ ਹੁੰਦੀ ਹੈ, ਸਿੱਖ ਵੀ ਜੁੜਦੇ ਹੈ। ਹਾਂਜੀ, ਸ਼੍ਰੀ ਗੁਰ ਅਮਰ ਸੁਨਤ ਬਚ ਭਾਖਾ। ਆਖੋ ਸਾਰੇ ਵਾਹਿਗੁਰੂ ਵਾਹਿਗੁਰੂ। ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਸੰਗਤ ਦੀ ਬੇਨਤੀ ਸੁਣੀ ਤੇ ਬਚਨ ਕੀਤਾ ਜੀ। ਹਾਂਜੀ, ਬਰ ਦੋਹ ਸਾਇਦ ਕਰੀ ਅਭਿਲਾਖਾ। ਮਹਾਰਾਜ ਕਹਿਣ ਲੱਗੇ ਤੁਸੀਂ ਕਠਨ ਸਾਧਨ, ਮਹਾਰਾਜ ਕਹਿੰਦੇ ਕਠਨ ਵਰ ਮੰਗ ਲਿਆ। ਸਤਿਗੁਰੂ ਦੀ ਬਾਣੀ ਹੈ, ਮਹਾਰਾਜ ਕਹਿਣ ਲੱਗੇ ਵੱਡੇ ਸਤਿਗੁਰਾਂ ਦੀ ਬਾਣੀ ਹੈ। ਇਹ ਜਿਹੜੀ ਗੱਲ ਤੁਸੀਂ ਕਹੀ ਹੈ ਇਹ ਕਠਨ ਹੈ। ਹਾਂਜੀ, ਤਉ ਦੇਨ ਕੋ ਪ੍ਰਥਮ ਬਖਾਨਾ। ਪਰ ਅਸੀਂ ਤੁਹਾਨੂੰ ਆਪ ਹੀ ਕਿਹਾ ਕੁਝ ਮੰਗ ਲਓ ਤੇ ਤੁਸਾਂ ਹੁਣ ਮੰਗ ਲਿਆ। ਹਾਂਜੀ, ਬੋਲੇ ਬਹੁਰ ਕਿਰਪਾਲ ਸੁਜਾਨਾ। ਤੇ ਮਹਾਰਾਜ ਕਹਿੰਦੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰਕੇ ਤੇ ਅਰਦਾਸ ਬੇਨਤੀ ਕਰਦੇ ਹਾਂ। ਤੇ ਅਰਦਾਸ ਕਰਕੇ ਗੁਰੂ ਅਮਰਦਾਸ ਜੀ ਨੇ ਪੰਕਤੀ ਉਚਾਰੀ। ਚੇਤਾ ਰੱਖਿਓ ਗੁਰੂ ਦੀ ਪੰਕਤੀ ਹੈ, ਗੁਰੂ ਇਹਨੂੰ ਦੂਜੇ ਤਰੀਕੇ ਨਾਲ ਲਿਖ ਸਕਦਾ ਹੈ, ਕਿਸੇ ਵਿਅਕਤੀ ਦਾ ਅਧਿਕਾਰ ਨਹੀਂ ਹੈਗਾ। ਤੁਸੀਂ ਕਹੋ ਕਥਾ ਸੁਣ ਲਈ ਹੈ, ਅਸੀਂ ਵੀ ਅਰਦਾਸ ਕਰਕੇ ਪੰਕਤੀ ਬਦਲ ਦਈਏ, ਇਹ ਕੰਮ ਨਹੀਂ ਕਰਨਾ ਜੀ। ਉਹਨਾਂ ਦੀ ਬੇਨਤੀ ਸੁਣ ਕੇ ਤਰਸ ਕਰਕੇ ਗੁਰੂ ਅਮਰਦਾਸ ਜੀ ਨੇ ਫਿਰ ਪੰਕਤੀ ਉਚਾਰੀ ਜੀ। ਹਾਂਜੀ, ਮਹੱਲਾ ਤੀਜਾ। ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਫਿਰ ਸਤਿਗੁਰੂ ਜੀ ਨੇ ਉਚਾਰਨ ਕੀਤਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਇਹ ਮਹਾਰਾਜ ਜੀ ਨੇ ਉਸ ਸਮੇਂ ਪੰਕਤੀ ਉਚਾਰਨ ਕੀਤੀ। ਜਿਹੜੀਆਂ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੀਆਂ ਨੇ ਨਾ, ਉਹਨਾਂ ਨੂੰ ਪਤਾ ਜਿੱਥੇ ਆਉਂਦਾ ਹੈ ਨਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਨਾਲ ਹੀ ਆਉਂਦਾ ਮਹੱਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਵੀ ਹੁਣ ਇਹ ਜ਼ਹਿਰ ਕਹਿਰ ਨਹੀਂ, ਇਹ ਅੰਮ੍ਰਿਤਸਰ ਬਣ ਗਿਆ, ਇਹ ਸਿਫਤੀ ਦਾ ਘਰ ਬਣ ਗਿਆ। ਤੇ ਮਹਾਂਪੁਰਖਾਂ ਨੇ ਦੇ ਵੀ ਅਰਥ ਕੀਤੇ। ਕਹਿੰਦੇ ਉਸੇ ਹੀ ਲਾਹੌਰ ਸ਼ਹਿਰ ਵਿੱਚ ਅੰਮ੍ਰਿਤਸਰ ਸਿਫਤੀ ਦੇ ਘਰ ਅੰਮ੍ਰਿਤ ਸਰੋਵਰ ਦੇ ਨਿਰਮਾਤਾ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਆਗਮਨ ਹੋਇਆ ਹੈ ਜੀ। ਤਾਂ ਵੀ ਲਾਹੌਰ ਸ਼ਹਿਰ ਜਿਹੜਾ ਹੈ ਇਹ ਨਮਸਕਾਰ ਕਰਨ ਯੋਗ ਬਣ ਗਿਆ ਜੀ। ਹਾਂਜੀ, ਇਹ ਸ਼ਲੋਕ ਕੈ ਸਰਾਪ ਮਿਟਾਇਓ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਬਚਨ ਸੀਗਾ ਉਹ ਫਿਰ ਗੁਰੂ ਅਮਰਦਾਸ ਜੀ ਨੇ ਕਿਰਪਾ ਕਰਕੇ ਬਖਸ਼ਿਸ਼ਾਂ ਦੇ ਵਿੱਚ ਬਦਲ ਦਿੱਤਾ ਜੀ। ਫਿਰ ਬੇਨਤੀ ਹੈ, ਇਹ ਸਤਿਗੁਰੂ ਹੀ ਕਰ ਸਕਦੇ ਆ, ਦੂਜਾ ਨਹੀਂ ਕੋਈ ਕਰ ਸਕਦਾ ਜੀ। ਗੁਰੂ ਅਮਰਦਾਸ ਸਾਹਿਬ ਮਾਲਕ ਨੇ।
ਹਾਂਜੀ। ਤਬ ਤੇ ਸਭ ਲੋਕਨ ਸੁਖ ਪਾਇਓ। ਉਸ ਸਮੇਂ ਤੋਂ ਫਿਰ ਲਾਹੌਰ ਸ਼ਹਿਰ ਦੇ ਵਿੱਚ ਸੁੱਖ ਦਾ ਵਰਤਾਰਾ ਵਰਤਿਆ ਜੀ। ਚੇਤਾ ਰੱਖਿਓ, ਬਾਣੀ ਨੇ ਜੋ ਕਹਿ ਦਿੱਤਾ ਉਹ ਸੱਚ ਹੈ, ਔਰ ਉਹ ਰਹਿੰਦੀ ਦੁਨੀਆ ਤੱਕ ਵਰਤਦਾ ਹੀ ਰਹਿਣਾ ਹੈ ਜੀ। ਕਦੀ ਬਾਣੀ ਵੀ ਮਿਟਦੀ ਹੈ ਜੀ, ਕਦੀ ਬਾਣੀ ਦੇ ਬੋਲ ਵੀ ਮਿਟ ਸਕਦੇ ਹੈ। ਹਾਂਜੀ। ਤਬ ਸੈਦੋ ਅਰ ਸਾਈਂ ਦਿੱਤਾ, ਸ਼੍ਰੀ ਅਰਜਨ ਸੋ ਮਿਲੇ ਪਵਿੱਤਾ। ਉਸ ਸਮੇਂ ਭਾਈ ਸੈਦੋ ਤੇ ਸਾਈਂ ਦਿੱਤੇ ਨੇ ਗੁਰੂ ਅਮਰਦਾਸ ਜੀ ਨੂੰ ਕਿਹਾ ਸੀ, ਮਹਾਰਾਜ ਨਾਮ ਕਿਰਪਾ ਕਰੋ, ਬਖਸ਼ਿਸ਼ਾਂ ਕਰ ਦਿਓ। ਉਹੋ ਹੀ ਭਾਈ ਸੈਦੋ ਤੇ ਸਾਈਂ ਦਿੱਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਆਏ। ਇਹ ਪ੍ਰਸੰਗ ਕੈ ਸਕਲ ਸੁਨਾਇਓ। ਉਹਨਾਂ ਫਿਰ ਸਾਰੀ ਕਥਾ ਸੁਣਾਈ, ਮਹਾਰਾਜ ਕਿਵੇਂ ਅਸੀਂ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਗੁਰੂ ਜੀ ਨੇ ਪੰਕਤੀ ਉਚਾਰੀ। ਹਾਂਜੀ। ਲਵਪੁਰ ਕੇ ਨਰਗਨ ਬਰ ਪਾਇਓ। ਤੇ ਮਹਾਰਾਜ ਲਾਹੌਰ ਦੇ ਲੋਕਾਂ ਦੇ ਉੱਤੇ ਬਖਸ਼ਿਸ਼ਾਂ ਵਰਤੀਆਂ ਜੀ, ਗੁਰੂ ਅਮਰਦਾਸ ਜੀ ਨੇ ਵਰਤਾਈਆਂ। ਹਾਂਜੀ। ਹਮ ਆਏ ਤੁਮਰੀ ਸ਼ਰਨਾਈ। ਤੇ ਹੁਣ ਅਸੀਂ ਵੀ ਲਾਹੌਰ ਦੇ ਆ, ਸੱਚੇ ਪਾਤਸ਼ਾਹ ਤੁਹਾਡੀ ਸ਼ਰਨ ਵਿੱਚ ਆਏ ਆ, ਤੁਹਾਡੇ ਚਰਨਾਂ 'ਚ ਆਏ ਆ। ਦੇਹੋ ਸ਼੍ਰੇ ਉਪਦੇਸ਼ ਬਨਾਈ। ਗੱਜ ਕੇ ਆਖੋ, ਮਹਾਰਾਜ ਆਪ ਕਿਰਪਾ ਕਰੋ, ਉਪਦੇਸ਼ ਦਿਓ, ਸਾਡੀ ਮੁਕਤੀ ਹੋਵੇ ਮਹਾਰਾਜ। ਹਾਂਜੀ। ਸੁਨ ਸ਼੍ਰੀ ਅਰਜਨ ਤਿਨਹੋਂ ਉਚਾਰਾ। ਆਖੋ ਵਾਹਿਗੁਰੂ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਿਰ ਬਚਨ ਉਚਾਰਿਆ ਜੀ, ਸਾਈਂ ਦਿੱਤਾ ਜੀ ਨੂੰ ਤੇ ਸੈਦੋ ਜੀ ਨੂੰ। ਹਾਂਜੀ। ਨਿਤ ਕੀਜੈ ਗੁਰ ਸ਼ਬਦ ਵਿਚਾਰਾ। ਮਹਾਰਾਜ ਕਹਿੰਦੇ ਭਾਈ ਪਿਆਰਿਓ, ਰੋਜ਼ ਗੁਰੂ ਦੀ ਬਾਣੀ ਦੀ ਵਿਚਾਰ ਕਰਿਆ ਕਰੋ। ਹਾਂਜੀ। ਵਾਹਿਗੁਰੂ ਕਰ ਗਿਆਨ ਪਛਾਨੋ। ਤੇ ਗੁਰ ਮੰਤਰ ਦਾ ਅਭਿਆਸ ਕਰੋ, ਤੁਹਾਡੇ ਅੰਦਰ ਗਿਆਨ ਪੈਦਾ ਹੋਏਗਾ। ਹਾਂਜੀ। ਨਿਰਗੁਣ ਸਰਗੁਣ ਇੱਕ ਕਰ ਜਾਨੋ। ਦੋ ਪਰਮੇਸ਼ਰ ਦੇ ਰੂਪ ਸਰਗੁਣ ਤੇ ਨਿਰਗੁਣ ਇੱਕ ਕਰਕੇ ਹੀ ਜਾਣੋ, ਕਹਿਣ ਲੱਗੇ। ਹਾਂਜੀ। ਤੁਮਰੀ ਰਸਨਾ ਤੇ ਜੋ ਸੁਨੈ, ਤਿਸ ਕੋ ਭੀ ਮਨ ਦਰਵੈ ਸੋ ਗੁਨੈ। ਮਹਾਰਾਜ ਕਹਿਣ ਲੱਗੇ ਸ਼ਬਦ ਦੀ ਵਿਚਾਰ ਕਰਿਆ ਕਰੋ। ਇਹਦਾ ਭਾਵ ਇੱਕ ਹੁੰਦਾ ਨਿੱਜੀ ਤੌਰ ਤੇ ਵਿਚਾਰ ਕਰਨੀ। ਗੁਰੂ ਸਾਹਿਬ ਨੇ ਇਹਨਾਂ ਦੀ ਕਥਾ ਦੀ ਡਿਊਟੀ ਲਾਈ ਸੀਗੀ ਜੀ, ਕਥਾ ਕਰਿਆ ਕਰੋ ਤੇ ਗੁਰਮੰਤਰ ਦਾ ਜਾਪ ਕਰਿਆ ਕਰੋ। ਤੁਮਰੀ ਰਸਨਾ ਤੇ ਜੋ ਸੁਨੈ, ਤਿਸ ਕੋ ਭੀ ਮਨ ਦਰਵਹਿ ਸੋ ਗੁਨੈ। ਤੁਹਾਡੀ ਰਸਨਾ ਤੋਂ ਜਿਹੜਾ ਸ਼ਬਦ ਦਾ ਵਿਚਾਰ ਸੁਣੇਗਾ, ਉਹਦਾ ਮਨ ਦਰਵ ਜਾਏਗਾ, ਪਿਘਲ ਜਾਏਗਾ, ਗੁਣਾ ਵਾਲਾ ਹੋ ਜਾਏਗਾ। ਮਹਾਰਾਜ ਕਹਿਣ ਲੱਗੇ। ਹਾਂਜੀ। ਜਨਮ ਮਰਨ ਮਹਿ ਬਹੁਰ ਨ ਆਵੋ। ਮਹਾਰਾਜ ਕਹਿਣ ਲੱਗੇ ਅੱਜ ਤੋਂ ਤੁਹਾਡੀ ਇਹ ਸੇਵਾ ਇਹ ਕਰੋ, ਜਨਮ ਮਰਨ ਤੋਂ ਰਹਿਤ ਹੋ ਜਾਓਗੇ। ਹਾਂਜੀ। ਭਗਤ ਕਰਹੁ ਬ੍ਰਹਮ ਗਿਆਨ ਸੋ ਪਾਵੋ। ਭਗਤੀ ਕਰੋ, ਬ੍ਰਹਮ ਗਿਆਨ ਦੀ ਦਾਤ ਮਿਲੇਗੀ, ਕਹਿਣ ਲੱਗੇ। ਸੰਗਤ ਦੀ ਗੱਲ ਇਹ ਹੈ, ਜਿਹਨੂੰ ਮਹਾਰਾਜ ਨੇ ਜਿੱਥੇ ਲਾਇਆ ਨਾ ਜੀ, ਉਹ ਚੁੱਪ ਕਰਕੇ ਲੱਗ ਜਾਵੇ ਜੀ। ਹੁਣ ਇਹਨਾਂ ਨੂੰ ਕਥਾ ਕਰਨੇ ਲਾਤਾ, ਨਾਲ ਗੁਰਮੰਤਰ ਦਾ ਜਾਪ ਕਰਨੇ ਲਾਤਾ, ਤੇ ਜੇ ਮਹਾਰਾਜ ਨੇ ਕਿਹਾ ਨਾ ਤੁਸੀਂ ਬ੍ਰਹਮ ਗਿਆਨੀ ਬਣੋਗੇ ਤੇ ਬਣਾਤਾ ਜੀ। ਕਿਸੇ ਗੁਰਮੁਖ ਦੇ ਕੋਲ ਇੱਕ ਸਿੰਘ ਰਹਿੰਦਾ ਸੀ, ਬਾਬਾ ਜਵਾਲਾ ਸਿੰਘ ਜੀ ਕੋਲ। ਉਹ ਸਿੰਘ ਕੀ ਕਰਦਾ, ਉਹਦਾ ਸੇਵਾ ਨੂੰ ਮਨ ਘੱਟ ਕਰਦਾ ਤੇ ਅਭਿਆਸ ਕਰਨ ਨੂੰ ਜ਼ਿਆਦਾ ਕਰਦਾ ਜੀ। ਬੜੀ ਚੰਗੀ ਕਿਸਮਤ ਹੈ, ਨਾਮ ਜਪਣ ਨੂੰ ਉਹਦਾ ਜੀ ਕਰਦਾ। ਤੇ ਮਹਾਂਪੁਰਖ ਉਹਨੂੰ ਕਹਿਣ ਲੱਗੇ ਵੀ ਤੂੰ ਸੇਵਾ ਕਰਿਆ ਕਰ। ਇੱਕ ਦਿਨ ਉਹ ਖਿੱਝ ਗਿਆ, ਕਹਿੰਦਾ ਜੀ ਮੈਂ ਚੌਂਕੜਾ ਮਾਰ ਕੇ ਬਹਿਣਾ ਚਾਹੁੰਦਾ, ਅਭਿਆਸ ਕਰਨਾ ਚਾਹੁੰਦਾ, ਤੁਸੀਂ ਮੈਨੂੰ ਸੇਵਾ ਚ ਲਾਈ ਰੱਖਦੇ ਹੋ। ਕਹਿਣ ਲੱਗੇ ਉਹਦਾ ਨਾਂ ਸੀਗਾ ਬਹਾਲ ਸਿੰਘ, ਪਹਿਲਾ ਨਾਮ ਉਹਦਾ ਸੀ ਬਹਾਲੀ ਰਾਮ। ਬਾਬਾ ਦੀਪ ਸਿੰਘ ਜੀ ਦੀ ਕਥਾ ਸੁਣ ਕੇ ਸਿੰਘ ਸੱਜ ਗਏ ਸਨ ਜੀ। ਉਹ ਬਹਾਲ ਸਿੰਘ ਨਾਮ ਸੀ। ਕਹਿੰਦੇ ਬਹਾਲ ਸਿਆਂ, ਤੂੰ ਸਾਰੀ ਉਮਰ ਵੀ ਨਾਮ ਜਪਦਾ ਰਵੇਂ, ਕੋਈ ਨਹੀਂ ਪਤਾ ਰੱਬ ਦੇ ਘਰ ਤੇਰੀ ਸੁਣਵਾਈ ਹੋਣੀ ਵੀ ਹੈ ਕਿ ਨਹੀਂ ਹੋਣੀ ਜੀ। ਥਾਂ ਪੈਣਾ ਜਾਂ ਨਹੀਂ ਪੈਣਾ, ਚੇਤਾ ਰੱਖ, ਸੇਵਾ ਕਰ। ਇੱਕੋ ਵਾਰੀ ਵਾਹਿਗੁਰੂ ਬੁਲਾਵਾਂਗੇ ਤੇ ਰੱਬ ਘਰ ਹਾਜ਼ਰੀ ਲੱਗ ਜਾਏਗੀ, ਕਹਿਣ ਲੱਗੇ। ਇਸੇ ਤਰ੍ਹਾਂ ਹੀ ਗੱਜ ਕੇ ਆਖੋ
ਵਾਹਿਗੁਰੂ। ਕਿਸੇ ਗੁਰਮੁਖ ਨਾਲ ਲੱਗ ਕੇ ਜਦੋਂ ਬੰਦਾ ਜਪਦਾ ਉਹਦਾ ਥਾਂਏ ਪੈਂਦਾ ਹੈ ਜੀ, ਥਾਂਏ ਪੈਂਦਾ ਹੈ। ਉਹ ਕਹਿਣ ਲੱਗਾ ਠੀਕ ਹੈ। ਫਿਰ ਇੱਕ ਦਿਨ ਜਦੋਂ ਸਰੀਰ ਤਿਆਗਣ ਦੇ ਦਿਨ ਨੇੜੇ ਆਏ, ਉਹਨਾਂ ਬਹਾਲ ਸਿੰਘ ਨੂੰ ਸੱਦਿਆ। ਕਹਿੰਦੇ ਬਹਾਲ ਸਿਆਂ ਨੇੜੇ ਆ, ਕਹਿੰਦੇ ਬੋਲ ਵਾਹਿਗੁਰੂ। ਉਹਨੇ ਵਾਹਿਗੁਰੂ ਬੋਲਿਆ। ਕਹਿੰਦੇ ਜਾ ਸੱਚਖੰਡ 'ਚ ਤੇਰੀ ਹਾਜ਼ਰੀ ਲੱਗ ਗਈ। ਕਹਿਣ ਲੱਗੇ ਉੱਥੇ ਹਾਜ਼ਰੀ ਵੀ ਲੱਗ ਜੇ ਬੜੀ ਵੱਡੀ ਗੱਲ ਹੈ। ਜਿਵੇਂ ਮਹਾਰਾਜ ਤੋਰਨ ਉਵੇਂ ਬੰਦਾ ਤੁਰ ਪਵੇ, ਇਹਦੇ 'ਚ ਹੀ ਸੁੱਖ ਹੈਗਾ ਜੀ। ਸੋ ਮਹਾਰਾਜ ਕਹਿਣ ਲੱਗੇ ਤੁਸੀਂ ਚਿੰਤਾ ਨਾ ਕਰਿਓ, ਤੁਸੀਂ ਇਹ ਕੰਮ ਕਰੋ, ਸੇਵਾ ਕਰੋ, ਪਾਰ ਉਤਾਰਾ ਹੋਏਗਾ ਤੁਹਾਡਾ। ਸੁਨ ਦੋਨੋਂ ਪਦ ਬੰਧਨ ਕਰੀ। ਦੋਵਾਂ ਨੇ ਸੁਣ ਕੇ ਨਮਸਕਾਰ ਕੀਤੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਤੇ। ਸਫਲ ਜਨਮ ਜਾਣਿਓ ਤਿਸ ਘਰੀ। ਗੱਜ ਕੇ ਆਖੋ ਵਾਹਿਗੁਰੂ। ਤੇ ਫਿਰ ਸਮਝ ਲਿਆ ਵੀ ਜਨਮ, ਵਾਹਿਗੁਰੂ ਸਮਝਿਆ ਕਿ ਗੁਰੂ ਨੇ ਮਿਹਰ ਕੀਤੀ, ਉਹਨਾਂ ਦਾ ਜਨਮ ਹੀ ਸਫਲਾ ਹੋ ਗਿਆ ਜੀ। ਬਚਨ ਮੰਨ ਲਿਆ ਨਾ ਜੀ ਉਹਨਾਂ ਨੇ। ਹਾਂਜੀ। ਨਾਨੂ ਰਾਜ ਸੋ ਕਾਲੂ ਆਨ। ਸੋ ਇੱਕ ਸਿੱਖ ਹੈ ਭਾਈ ਨਾਨੂ ਜੀ, ਇੱਕ ਹੈ ਭਾਈ ਕਾਲੂ ਜੀ। ਹਾਂਜੀ। ਹੋਤੋ ਕੋਹਲੀ ਹਾੜੀ ਜਾਨ। ਇੱਕ ਭਾਈ ਕੋਹਲੀ ਹੈ, ਕੋਹਲੀ। ਇਹ ਸਾਰੇ ਆਏ ਹਨ। ਹਾਂਜੀ। ਸ੍ਰੀ ਅਰਜਨ ਪਦ ਕਰ ਕੈ ਨਮੋ। ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਬੋਲੇ ਹਾਥ ਜੋੜ ਕਹਿਤ ਸਮੋ। ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਇਹਨਾਂ ਨੇ। ਇੱਕ ਪੱਠ ਸੁਨ ਕੈ ਸ਼ਬਦ ਤੁਮਾਰਾ। ਭਲੇ ਕਰਮ ਕਰ ਜਨਮ ਸੁਧਾਰਾ। ਸੱਚੇ ਪਾਤਸ਼ਾਹ ਅਸੀਂ ਤੁਹਾਡੀ ਬਾਣੀ ਦਾ ਇੱਕੋ ਹੀ ਸ਼ਬਦ ਸੁਣਿਆ ਸੀ, ਸਾਡਾ ਜਨਮ ਹੀ ਬਦਲ ਗਿਆ ਮਹਾਰਾਜ। ਪੁਰਬਲੀ ਕਮਾਈ, ਚੰਗੇ ਸੰਸਕਾਰ। ਕਈ ਸਾਰੀ ਉਮਰ ਹੀ ਪੜ੍ਹਦੇ ਰਹਿੰਦੇ ਆ, ਉਹਨਾਂ ਦੀ ਗੱਲ ਨਹੀਂ ਬਣਦੀ। ਕਈ ਇੱਕੋ ਹੀ ਸ਼ਬਦ ਸੁਣ ਲੈਂਦੇ ਆ, ਉਹਨਾਂ ਦੀ ਗੱਲ ਬਣ ਜਾਂਦੀ ਹੈ। ਮਹਾਰਾਜ ਇੱਕੋ ਹੀ ਸ਼ਬਦ ਪੜ੍ਹਿਆ, ਸਾਡਾ ਕੰਮ ਚੰਗੇ ਕਰਮ ਕਰਨ ਨੂੰ ਜੀ ਕਰਨ ਲੱਗ ਪਿਆ। ਸਾਡਾ ਤੇ ਜਨਮ ਸੁਧਰ ਗਿਆ ਇੱਕ ਸ਼ਬਦ ਸੁਣ ਕੇ ਹੀ। ਹਾਂਜੀ। ਇੱਕ ਐਸੇ ਪਾਠਕ ਹੋਏ ਮਾਨੀ। ਭੋਗੈ ਵਿਸ਼ੀਨ ਨਾਰ ਬੇਰਾਨੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਮਹਾਰਾਜ ਇੱਕ ਐਸੇ ਵੀ ਨੇ ਪੜ੍ਹ ਕੇ ਹੰਕਾਰੀ ਹੋ ਜਾਂਦੇ ਆ, ਸਗੋਂ ਵਿਸ਼ੇ ਵਿਕਾਰਾਂ 'ਚ ਲੱਗ ਜਾਂਦੇ ਵੀ ਸਾਨੂੰ ਕੋਈ ਕੀ ਆਖੇਗਾ। ਅਪਰ ਬੁਰੇ ਕਰਮਨ ਕੋ ਕਰੈ। ਇੱਕ ਐਸੇ ਪਾਠਕ ਹੋਏ ਮਾਨੀ। ਇੱਕ ਪੜ੍ਹ ਕੇ ਮਹਾਰਾਜ ਤੁਹਾਡੀ ਬਾਣੀ ਹੰਕਾਰ 'ਚ ਆ ਜਾਂਦੇ ਆ। ਅੰਦਰ ਜਿਹਦੇ ਮੈਲ ਹੈ ਨਾ, ਉਹ ਹੰਕਾਰ 'ਚ ਆ ਜਾਂਦਾ ਜੀ। ਵਿਦਿਆ ਪੜ੍ਹ ਕੇ ਹਉਮੈ 'ਚ ਆ ਜਾਂਦਾ। ਭੋਗੈ ਵਿਸ਼ਿਆਨ ਨਾਰ ਬੇਰਾਨੀ। ਮਹਾਰਾਜ ਦੂਸਰੀਆਂ ਇਸਤਰੀਆਂ ਨਾਲ ਵਿਸ਼ੇ ਵਿਕਾਰ ਵੀ ਉਹ ਭੋਗਦੇ ਆ। ਅਪਰ ਬੁਰੇ ਕਰਮਨ ਕੋ ਕਰੈ। ਹੋਰ ਵੀ ਬੜੇ ਬੁਰੇ ਕੰਮ ਕਰਦੇ ਆ ਉਹ। ਹਾਂਜੀ। ਪਾਠ ਕਰ ਲੋਕਨ ਤੇ ਧਨ ਹਿਰੈ। ਮਹਾਰਾਜ ਇਹੋ ਹੀ ਬਾਣੀ ਪੜ੍ਹ ਪੜ੍ਹ ਕੇ ਲੋਕਾਂ ਨੂੰ ਸੁਣਾ ਸੁਣਾ ਕੇ ਉਹ ਲੋਕਾਂ ਕੋਲੋਂ ਮਾਇਆ ਇਕੱਠੀ ਕਰੀ ਜਾਂਦੇ ਆ। ਅੱਜ ਕੇ ਆਖੋ ਵਾਹਿਗੁਰੂ। ਜਿੰਨਾ ਧੰਦਾ ਬਣਾਇਆ, ਇਹੋ ਹੀ ਬਾਣੀ ਪੜ੍ਹ ਕੇ ਮਾਇਆ ਇਕੱਠੀ ਕਰਦੇ ਆ ਉਹ। ਹਾਂਜੀ। ਤਿਨ ਕੀ ਦਸ਼ਾ ਹੋਤ ਹੈ ਕੌਣ। ਉਹਨਾਂ ਦਾ ਕੀ ਬਣਦਾ ਸੱਚੇ ਪਾਤਸ਼ਾਹ, ਕੀ ਬਣਦਾ ਉਹਨਾਂ ਦਾ। ਹਾਂਜੀ। ਸੁਨ ਬੋਲੇ ਗੁਰ ਕਰੁਣਾ ਭਉਨ। ਗੁਰੂ ਅਰਜਨ ਦੇਵ ਜੀ ਮਿਹਰਾਂ ਦੇ ਘਰ 'ਚ ਆਏ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜੀ ਬੜੇ ਧਿਆਨ ਨਾਲ ਸੁਣਿਓ। ਮਹਾਰਾਜ ਅਸੀਂ ਤੇ ਇੱਕ ਸ਼ਬਦ ਪੜ੍ਹਿਆ, ਸਾਡਾ ਜੀਵਨ ਬਦਲ ਗਿਆ। ਇਹਦਾ ਮਤਲਬ ਉਦੋਂ ਐਸੇ ਹੋਣਗੇ। ਕਹਿੰਦੇ ਮਹਾਰਾਜ ਅਸੀਂ ਵੇਖਿਆ ਬਾਣੀ ਪੜ੍ਹਦੇ ਆ, ਹੰਕਾਰ ਬਹੁਤ ਹੈ। ਵਿਭਚਾਰੀ ਨੇ ਸੱਚੇ ਪਾਤਸ਼ਾਹ, ਮਾੜੇ ਕਰਮ ਵੀ ਕਰਦੇ ਆ ਤੇ ਲੋਕਾਂ ਕੋਲੋਂ ਧਨ ਲੈਂਦੇ ਆ। ਸੱਚੇ ਪਾਤਸ਼ਾਹ ਇਹੋ ਬਾਣੀ ਨੂੰ ਪੜ੍ਹ ਕੇ ਕੀ ਬਣਦਾ ਉਹਨਾਂ ਦਾ। ਹਾਂਜੀ। ਸੁਨ ਬੋਲੇ ਗੁਰੂ ਕਰੁਣਾ ਭਉਨ। ਪਠਹਿ ਸੁਨਹਿ ਜੇ ਹਿਤ ਕਲਿਆਣ। ਹਾਂਜੀ। ਸ਼ੁਭ ਕਰਮੀ ਕੇ ਕਰੈ ਗੁਜ਼ਰਾਨ। ਮਹਾਰਾਜ ਕਹਿੰਦੇ ਸਿੱਖੋ, ਜੇ ਕੋਈ ਬਾਣੀ ਪੜ੍ਹੇ ਤੇ ਸੁਣੇ ਆਪਣਾ ਭਲਾ ਕਰਨ ਲਈ, ਵੀ ਮੇਰਾ ਭਲਾ ਹੋਏਗਾ, ਤੇ ਸ਼ੁਭ ਕਰਮ ਕਰੇ ਤੇ ਸ਼ੁਭ ਕਰਮ ਕਰਕੇ ਹੀ ਗੁਜ਼ਾਰਾ ਕਰੇ। ਹਾਂਜੀ। ਅਰਥ ਲਖੈ ਦੁਰਮਤ ਕੋ ਤਿਆਗੈ। ਫਿਰ ਇਹੋ ਜਿਹਾ ਬੰਦਾ ਅਰਥ ਵੀ ਸਮਝੇਗਾ ਜੀ, ਵੀ ਬਾਣੀ ਕਹਿੰਦੀ ਕੀ ਹੈ। ਮਹਾਰਾਜ ਕਹਿੰਦੇ ਅਰਥ ਸਮਝ ਕੇ ਭੈੜੀ ਮੱਤ ਨੂੰ ਤਿਆਗ ਦੇਵੇ।
ਹਾਂਜੀ। ਸਤਨਾਮ ਸਿਮਰਨ ਅਨੁਰਾਗੈ। ਸਤਨਾਮ ਵਾਹਿਗੁਰੂ ਦੇ ਸਿਮਰਨ ਨਾਲ ਪਿਆਰ ਪੈ ਜੇ ਉਹਦਾ। ਹਾਂਜੀ। ਤਿੰਨ ਕੋ ਜਨਮ ਮਰਨ ਮਿਟ ਜਾਏ। ਮਹਾਰਾਜ ਕਹਿੰਦੇ ਉਹਨਾਂ ਦਾ ਤੇ ਜਨਮ ਮਰਨ ਮਿਟ ਜਾਂਦਾ ਹੈ। ਜਿਵੇਂ ਉਹ ਪਹਿਲੇ ਸਿੱਖਾਂ ਨੇ ਕਿਹਾ ਨਾ, ਇੱਕ ਪੰਕਤੀ ਪੜ੍ਹ ਕੇ ਜੀਵਨ ਬਦਲ ਗਿਆ, ਸ਼ਬਦ ਪੜ੍ਹ ਕੇ, ਐਸਿਆਂ ਦਾ ਤੇ ਜਨਮ ਮਰਨ ਮਿਟ ਜਾਂਦਾ। ਹਾਂਜੀ। ਗੁਰ ਸਮੀਪਤਾ ਸੋ ਨਰ ਪਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸਤਿਗੁਰੂ ਦੀ ਨੇੜਤਾ ਹਾਸਲ ਕਰਦੇ ਆ। ਚੇਤਾ ਰੱਖਿਓ, ਸਤਿਗੁਰੂ ਦੇ ਕੋਲ ਬਹਿ ਜਾਣਾ, ਸਤਿਗੁਰੂ ਜੀ ਦੀ ਹਜ਼ੂਰੀ 'ਚ ਬਹਿ ਜਾਣਾ ਗੱਲ ਹੋਰ ਹੈ, ਸਤਿਗੁਰੂ ਜੀ ਦੇ ਨਾਲ ਨੇੜਤਾ ਬਣ ਜਾਣੀ ਇਹ ਗੱਲ ਹੋਰ ਹੈ ਜੀ। ਸਾਨੂੰ ਬੜੇ ਰਿਸ਼ਤੇਦਾਰ ਸਾਡੇ ਬੜੇ ਹੁੰਦੇ ਆ, ਪਰ ਕੁਝ ਰਿਸ਼ਤੇਦਾਰ ਖਾਸ ਹੁੰਦੇ ਆ, ਉਹਨਾਂ ਨਾਲ ਨੇੜਲਾ ਸੰਬੰਧ ਹੁੰਦਾ ਹੈ ਬੰਦੇ ਦਾ। ਮਹਾਰਾਜ ਕਹਿੰਦੇ ਜਿਹੜੇ ਪੜ੍ਹ ਕੇ ਕਮਾਈ ਕਰਦੇ ਆ ਨਾ, ਭਲੇ ਲਈ ਪੜ੍ਹਦੇ ਆ, ਉਹਨਾਂ ਦਾ ਤੇ ਜਨਮ ਮਰਨ ਮਿਟ ਜਾਂਦਾ, ਗੁਰੂ ਨਾਲ ਨੇੜਤਾ ਬਣ ਜਾਂਦੀ ਸਤਿਗੁਰੂ ਜੀ ਦੇ ਨਾਲ। ਹਾਂਜੀ। ਪਠ ਹੈ ਲੇਨ ਧਨ ਕੋ ਧਰ ਲੋਭਾ। ਮਹਾਰਾਜ ਕਹਿਣ ਲੱਗੇ ਜਿਨ੍ਹਾਂ ਦਾ ਪੜ੍ਹਨ ਦਾ ਕੰਮ ਹੀ ਹੈ ਵੀ ਪੜ੍ਹਨੇ ਆ ਪੈਸਿਆਂ ਵਾਸਤੇ, ਮਾਇਆ ਵਾਸਤੇ ਪੜ੍ਹਨੀ ਹੈ ਜਿਨ੍ਹਾਂ ਨੇ। ਹਾਂਜੀ। ਕਰਹਿ ਕੁਕਰਮਨ ਪ੍ਰਾਪਤ ਸੋਭਾ। ਕੁਕਰਮ ਕਰਦੇ ਆ, ਧਨ ਲੈਂਦੇ ਆ। ਉਹ ਸੰਗਤ ਜੀ ਫਿਰ ਜਿਹੜਾ ਕਮਾਈ ਨਹੀਂ ਕਰਨੀ, ਧਨ ਛਕ ਲੈਣਾ, ਉਹ ਫਿਰ ਕੁਕਰਮਾਂ ਨੂੰ ਪ੍ਰੇਰਦਾ ਹੈ ਜੀ, ਮਾੜੇ ਕੰਮਾਂ ਨੂੰ ਪ੍ਰੇਰਦਾ ਹੈ। ਅੰਦਰ ਦੀ ਬਿਰਤੀ ਉਹੋ ਜਿਹੀ ਬਣਦੀ ਹੈ। ਕੁਕਰਮ ਕਰਦੇ ਆ, ਚਾਹੁੰਦੇ ਆ ਸਾਡੀ ਸੋਭਾ ਹੋਵੇ, ਸਾਡੀ ਇੱਜ਼ਤ ਹੋਵੇ। ਹਾਂਜੀ। ਜਿਮ ਇਹ ਮਨ ਪ੍ਰਕਾਸ਼ ਕੋ ਪਾਏ। ਹਾਂਜੀ। ਬੀਨ ਬੀਨ ਕਿਰਮਨ ਕੋ ਖਾਏ। ਮਹਾਰਾਜ ਕਹਿਣ ਲੱਗੇ ਉਹਨਾਂ ਦਾ ਹਾਲ ਪਤਾ ਕੀ ਹੈ? ਇਹ ਮਨ, ਗੱਜ ਕੇ ਆਖੋ ਵਾਹਿਗੁਰੂ। ਜਿਵੇਂ ਮਣੀ ਵਾਲਾ ਸੱਪ ਹੁੰਦਾ ਹੈ, ਉਹਦੇ ਕੋਲ ਚਾਨਣ ਹੁੰਦਾ ਹੈ, ਉਹ ਫਿਰ ਚੁਣ ਚੁਣ ਕੇ ਕੀੜੇ ਖਾਂਦਾ ਜੀ ਉਸ ਚਾਨਣ ਵਿੱਚ ਜੀ। ਇੰਨਾ ਕੁ ਹਾਲ ਉਹਨਾਂ ਲੋਕਾਂ ਦਾ, ਸੱਪ ਵਰਗੇ ਹੀ ਨੇ ਉਹ ਵੀ ਕਹਿਣ ਲੱਗੇ। ਹਾਂਜੀ। ਤਿਮ ਤਿੰਨ ਨਰ ਕੀ ਕ੍ਰਿਤ ਪਛਾਣੋ। ਮਹਾਰਾਜ ਕਹਿੰਦੇ ਉਹ ਵੀ ਇਹੋ ਤਰ੍ਹਾਂ ਹੀ ਹੈ, ਉਹ ਵੀ ਸੱਪ ਵਰਗੇ। ਰੌਸ਼ਨੀ ਹੈ, ਮਣੀ ਹੈ, ਪਰ ਉਸ ਮਣੀ ਦਾ ਲਾਭ ਨਹੀਂ ਲੈ ਸਕਦੇ। ਗੁਰੂ ਅਰਜਨ ਦੇਵ ਜੀ ਕਹਿੰਦੇ ਉਸ ਮਣੀ ਵਿੱਚੋਂ ਵੀ ਕੀੜੇ, ਉਹਦੇ ਚਾਨਣ ਦੇ ਵਿੱਚ ਕੀੜੇ ਚੁਗ ਚੁਗ ਕੇ ਖਾਂਦੇ ਆ। ਇਸ ਤਰ੍ਹਾਂ ਹੀ ਹੁੰਦਾ, ਮਹਾਰਾਜ ਕਹਿਣ ਲੱਗੇ। ਇਸ ਤਰ੍ਹਾਂ ਹੀ ਉਹ ਮਨੁੱਖ ਨੇ, ਗਿਆਨ ਹੈ, ਬਾਣੀ ਹੈ, ਪਰ ਖੋਟੇ ਕੰਮ ਹੀ ਕਰਦੇ, ਕੀੜੇ ਹੀ ਖਾਂਦੇ ਆ, ਲੋਭ ਹੀ ਕਰਦੇ ਆ। ਹਾਂਜੀ। ਪਾਠ ਸੁਨਾਏ ਲੈ ਦਰਬ ਮਹਾਨੋ। ਪੜ੍ਹ ਕੇ ਸੁਣਾਉਂਦੇ ਆ, ਮਾਇਆ ਲੈ ਲੈਂਦੇ ਆ, ਧੰਦਾ ਬਣਾਇਆ ਮਹਾਰਾਜ ਕਹਿੰਦੇ। ਹਾਂਜੀ। ਕਰਹਿ ਕੋ ਕਰਮ ਭੋਗ ਤ੍ਰਿਐ ਪਰ ਕੋ। ਮਹਾਰਾਜ ਕਹਿੰਦੇ ਕੁਕਰਮ ਕਰਦੇ ਆ, ਪਰਾਈਆਂ ਇਸਤਰੀਆਂ ਦੇ ਨਾਲ ਵਿਭਚਾਰ ਕਰਦੇ ਆ। ਹਾਂਜੀ। ਸਿਮਰਨ ਹੈ ਸਤਨਾਮ ਸੋ ਬਰ ਕੋ। ਸ੍ਰੇਸ਼ਟ ਜੋ ਹੈ, ਸਾਰੇ ਸੰਸਾਰ ਚੋਂ ਸ੍ਰੇਸ਼ਟ ਹੈ ਵਾਹਿਗੁਰੂ ਜੀ ਦਾ ਨਾਮ, ਉਹਨੂੰ ਨਹੀਂ ਜਪਦੇ। ਹਾਂਜੀ। ਨਰਕ ਸਿਧਾਰੈ ਗੁਰ ਨਾ ਸਹਾਏ। ਗੱਜ ਕੇ ਆਖੋ। ਲਓ ਜੀ, ਗੁਰੂ ਅਰਜਨ ਦੇਵ ਜੀ ਦਾ ਪੱਕਾ ਬਚਨ। ਸਿੱਖ ਕਹਿੰਦੇ ਮਹਾਰਾਜ ਉਹਨਾਂ ਦਾ ਕੀ ਬਣੇਗਾ? ਕਹਿੰਦੇ ਨਰਕਾਂ 'ਚ ਜਾਣਗੇ, ਨਰਕਾਂ 'ਚ ਜਾਣਗੇ। ਗੁਰੂ ਨੇ ਨਹੀਂ ਸਹਾਇਤਾ ਕਰਨੀ। ਹੁਣ ਐਸਾ ਬੰਦਾ ਗੁਰੂ ਅੱਗੇ ਅਰਦਾਸ ਵੀ ਕਰੇ ਤੇ ਗੁਰੂ ਤੇ ਕਹਿੰਦੇ ਸਹਾਇਤਾ ਕਰਨੀ ਨਹੀਂ ਤੇਰੀ ਕਾਕਾ, ਤੇਰੀ ਸਹਾਇਤਾ ਨਹੀਂ ਹੋ ਸਕਦੀ। ਚੋਰ ਸਲਾਹੇ ਚੀਤ ਨਾ ਪੀਜੈ। ਮਹਾਰਾਜ ਕਹਿੰਦੇ ਨਰਕ ਸਿਧਾਰਹਿ ਗੁਰ ਨਾ ਸਹਾਏ। ਹਾਂਜੀ। ਬਿਨ ਸਹਾਇਤਾ ਬਹੁਤ ਦੁੱਖ ਪਾਏ। ਅੱਗੇ ਸਤਿਗੁਰੂ ਜੀ ਦੀ ਸਹਾਇਤਾ ਤੋਂ ਬਗੈਰ ਥੋੜਾ ਨਹੀਂ, ਬੜਾ ਹੀ ਦੁੱਖ ਪਾਉਂਦੇ ਆ, ਬੜਾ ਹੀ ਦੁੱਖ ਪਾਉਂਦੇ ਆ। ਸੁਨ ਸਿੱਖਨ ਗੁਰਬਾਕ ਬਿਸਾਲਾ। ਜਦੋਂ ਉਹਨਾਂ ਸਿੱਖਾਂ ਨੇ ਸਤਿਗੁਰੂ ਜੀ ਦੇ ਬਚਨ ਸੁਣੇ, ਲੱਗੇ ਸੁਕਰਮਨ ਗਨ ਤਿਸ ਕਾਲਾ। ਤੇ ਫਿਰ ਉਹ ਚੰਗੇ ਕਰਮਾਂ ਦੇ ਵਿੱਚ ਲੱਗ ਗਏ ਜੀ। ਗੁਰੂ ਮਿਹਰ ਕਰੇ, ਜਿਵੇਂ ਉਹਨਾਂ ਸਿੱਖਾਂ ਨੇ ਕਹਿੰਦੇ ਮਹਾਰਾਜ ਅਸੀਂ ਤੇ ਇੱਕ ਸ਼ਬਦ ਪੜ੍ਹਿਆ, ਚੰਗੇ ਕਰਮਾਂ 'ਚ ਲੱਗ ਗਏ। ਮਹਾਰਾਜ ਸਾਡੇ ਤੇ ਵੀ ਐਸੀ ਕਿਰਪਾ ਕਰੋ, ਅਸੀਂ ਬਾਣੀ ਸੁਣੀਏ, ਬਾਣੀ ਸਾਡੇ ਹਿਰਦੇ 'ਚ ਵਸੇ, ਅਸੀਂ ਚੰਗੇ ਪਾਸੇ ਲੱਗ ਜਾਈਏ ਜੀ। ਨਹੀਂ ਤਾਂ ਜਿਹੜੇ ਦੂਜੇ ਪੜ੍ਹਦੇ ਆ, ਧਨ ਵੀ ਲੈਂਦੇ ਆ, ਕੁਕਰਮ ਕਰਦੇ ਆ,
ਉਹਨਾਂ ਬਾਰੇ ਸਤਿਗੁਰੂ ਜੀ ਨੇ ਜੋ ਕਿਹਾ ਸੰਗਤ ਜੀ ਉਹ ਆਪ ਜੀ ਨੇ ਸੁਣ ਲਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦਿਆਲਤਾ ਰੱਖਣ, ਕਿਰਪਾ ਰੱਖਣ। ਹੁਣ ਆਓ ਸਾਰੇ 2 ਮਿੰਟ ਗੁਰਮੰਤਰ ਦਾ ਜਾਪ ਕਰੀਏ, ਫਿਰ ਸਮੇਂ ਦੀ ਸੰਪੂਰਨਤਾ ਹੈ। ਕੱਲ ਨੂੰ ਗਣੀ ਮਹਾਰਾਜ ਕੱਲ ਗੁਰਪੁਰਬ ਹੈ, ਸਾਡੇ ਮਨਾਂ 'ਚ ਸ਼ਰਧਾ ਬਖਸ਼ਿਓ, ਪ੍ਰੇਮ ਬਖਸ਼ਿਓ। ਜਲ ਪਾਣੀ ਵੀ ਅਟੁੱਟ ਵਰਤਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਿਓ। ਆਓ ਗੁਰਮੰਤਰ ਦਾ ਜਾਪ ਕਰੀਏ, ਫਿਰ ਦਾਸ ਖਿਮਾ ਮੰਗੇਗਾ। ਵਾਹਿਗੁਰੂ ਜਪ ਵਾਹਿਗੁਰੂ ਵਾਹਿਗੁਰੂ ਜਪ 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 ਵਾਹਿਗੁਰੂ 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 ਜਪ ਵਾਹਿਗੁਰੂ ਜਪ ਵਾਹਿਗੁਰੂ ਵਾਹਿਗੁਰੂ ਜਪ ਵਾਹਿਗੁਰੂ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਜਣ